किस्मत दे सितारे, किस्मत दे सितारे, किस्मत दे सितारे, किस्मत दे सितारे। मित्रों प्यारो सत श्री अकाल, नमस्कार, आदाब। मैं हाँ परमजीत हंस, ਤੁਹਾਡਾ बहुत ही पसंदीदा बन चुकिया प्रोग्राम किस्मत ਦੇ ਸਿਤਾਰੇ ਲੈ ਕੇ। किस्मत ਦੇ ਸਿਤਾਰੇ ਅਸੀਂ ਆਨਲਾਈਨ ਮਿਊਜ਼ੀਕਲ ਕੰਪੀਟੀਸ਼ਨ ਸ਼ੁਰੂ ਕੀਤਾ ਸੀ। ਸਾਨੂੰ ਉਮੀਦ ਨਹੀਂ ਸੀ ਕਿ ਤੁਸੀਂ ਇੰਨਾ ਭਰਵਾਂ ਹੁੰਗਾਰਾ ਦਿਓਗੇ। ਸਾਡੀਆਂ ਉਮੀਦਾਂ ਤੋਂ ਕਿਤੇ ਜ਼ਿਆਦਾ ਤੁਸੀਂ ਹੁੰਗਾਰਾ ਦਿੱਤਾ ਔਰ ਅਸੀਂ ਪੂਰੀ ਦੀ ਪੂਰੀ ਟੀਮ ਤੁਹਾਡਾ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ। पंजवें राउंड तक पहुँच गए हैं और पंजवें राउंड तक पहुँचते बड़े सोहने साढ़े एक्सपीरियंस हुए ने, बड़ा प्यार बड़ी मुहब्बत मिली और बहुत तजुर्बे हुए ने साढ़े इस प्रोग्राम लैके। सो पार्टिसिपेंट जिन्ने भी पार्टिसिपेंट ने साढ़े इस प्रोग्राम के हिस्सा लिया वो भी बड़े खुश ने और उन्होंने भी देख के सानू बड़ा चंगा लगता है कि तुसी हर एपीसोड दे विच हर राउंड दे विच कुछ ना कुछ तब्दीली लैके आउंदे हो और प्रोग्रेस करते हो। ਜਿਹੜੇ ਵੀ ਜੱਜਿਸ ਤੁਹਾਨੂੰ ਸਲਾਹ ਦਿੰਦੇ ਨੇ, ਤੁਹਾਡੇ ਨਾਲ ਕਮੈਂਟਸ ਕਰਦੇ ਨੇ, ਤੁਹਾਡੇ ਬਾਰੇ ਗਾਣੇ ਬਾਰੇ ਗੱਲਾਂ ਕਰਦੇ ਨੇ, ਤੁਹਾਡੀ ਪਰਫਾਰਮੈਂਸ ਬਾਰੇ ਗੱਲਾਂ ਕਰਦੇ ਨੇ, ਤੁਹਾਨੂੰ ਟਿਪਸ ਦਿੰਦੇ ਨੇ, ਤੁਸੀਂ ਉਹਨਾਂ ਨੂੰ ਖਿੜੇ ਮੱਥੇ ਸਵੀਕਾਰਦੇ ਹੋ। ਇਹ ਬੜੀ ਚੰਗੀ ਗੱਲ ਹੈ ਔਰ ਬੜੀ ਪੋਜ਼ੀਟਿਵ ਗੱਲ ਹੈ। ਇਹੀ ਕਾਰਨ ਹੈ ਕਿ ਮਿਊਜ਼ਿਕ ਵਿੱਚ ਸਹਿਣਸ਼ੀਲਤਾ ਹੋਣੀ ਬਹੁਤ ਜ਼ਰੂਰੀ ਹੈ। ਤੁਸੀਂ ਪਿਆਰ ਕਰਦੇ ਹੋ ਸਾਰੇ ਪਾਰਟਿਸਪੈਂਟ ਨੂੰ, ਸਾਰੇ ਜੱਜਿਸ ਨੂੰ, ਸਾਰੀ ਆਡੀਅנס ਦਾ, ਸਾਡੇ ਸਾਰੇ ਵਿਊਵਰਸ ਦਾ ਵੀ ਬਹੁਤ ਬਹੁਤ ਸ਼ੁਕਰੀਆ। ਸੋ ਅੱਜ ਦਾ ਇਹ ਰਾਊਂਡ ਬਹੁਤ ਹੀ ਪਿਆਰਾ ਜਿਹਾ ਰਾਊਂਡ ਹੈ ਕਿਉਂਕਿ ਇਹ ਇੱਕ ਰੋਮਾਂਟਿਕ ਸੌਂਗਸ ਦਾ ਰਾਊਂਡ ਹੈ। ਸੋ ਪੰਜਵਾਂ ਰਾਊਂਡ ਹੈ, ਰੋਮਾਂਟਿਕ ਸੌਂਗਸ ਦਾ ਰਾਊਂਡ ਹੈ ਔਰ ਅਸੀਂ ਅੱਜ ਵੀ ਸਲਾਹ ਕਰ ਰਹੇ ਸੀ ਕਿ ਹੋ ਸਕਦਾ ਕਿ ਅਗਲਾ ਐਪੀਸੋਡ ਕਰਕੇ ਉਹਦੇ ਵਿੱਚ ਅਸੀਂ ਉਸ ਤੋਂ ਬਾਅਦ ਫਿਰ ਗ੍ਰੈਂਡ ਫਿਨਾਲੇ ਕਰੀਏ। ਥੋੜ੍ਹਾ ਜਿਹਾ ਕਨਫਿਊਜ਼ਿੰਗ ਹੈ, ਥੋੜ੍ਹੀ ਸਾਡੀ ਡਿਸਕਸ਼ਨ ਚੱਲ ਰਹੀ ਹੈ। ਹੋ ਸਕਦਾ ਕਿ ਅਗਲਾ ਜਿਹੜਾ ਸਾਡਾ ਐਪੀਸੋਡ ਹੈ, ਜਿਹੜਾ ਰਾਊਂਡ ਹੈ, ਉਹ ਗ੍ਰੈਂਡ ਫਿਨਾਲੇ ਦਾ ਹੋਵੇ ਜਾਂ ਫਿਰ ਹੋ ਸਕਦਾ ਕਿ ਇੱਕ ਰਾਊਂਡ ਹੋਰ ਵਧਾ ਦਿੱਤਾ ਜਾਵੇ ਕਿਉਂਕਿ ਕੰਮ ਬਹੁਤ ਹੈ, ਟਾਈਮ ਥੋੜ੍ਹਾ ਘੱਟ ਹੈ ਸਾਡੇ ਕੋਲ। ਸੋ ਕੋਸ਼ਿਸ਼ ਕਰਾਂਗੇ ਕਿ ਅੱਛੇ ਤਰੀਕੇ ਨਾਲ ਗ੍ਰੈਂਡ ਫਿਨਾਲੇ ਕੀਤਾ ਜਾਵੇ। ਅੱਜ ਕੱਲ੍ਹ ਤੁਸੀਂ ਜਾਣਦੇ ਹੋ ਕਿ ਕਰੋਨਾ ਕਰਕੇ ਪੂਰੀ ਦੁਨੀਆ ਦੇ ਵਿੱਚ ਸਾਰਾ ਕੁਝ ਬਦਲ ਗਿਆ। ਜੋ ਸਾਡੀਆਂ ਵੀ ਪਲੈਨਿੰਗ ਸੀ, ਜਿਸ ਤਰ੍ਹਾਂ ਅਸੀਂ ਗ੍ਰੈਂਡ ਫਿਨਾਲੇ ਕਰਨਾ ਚਾਹੁੰਦੇ ਸੀ ਉਸ ਤਰ੍ਹਾਂ ਨਹੀਂ ਕਰ ਸਕਦੇ, ਪਰ ਫਿਰ ਵੀ ਅਸੀਂ ਚਾਹੁੰਦੇ ਕਿ ਸਾਡੇ ਜਿਹੜੇ ਪਾਰਟਿਸਪੈਂਟ ਇੰਨੇ ਚਿਰ ਤੋਂ ਲੱਗੇ ਹੋਏ ਨੇ, ਬਹੁਤ ਮਿਹਨਤ ਕਰਦੇ ਨੇ, ਉਹਨਾਂ ਵਾਸਤੇ ਕੁਛ ਨਾ ਕੁਛ ਸਪੈਸ਼ਲ ਜ਼ਰੂਰ ਕੀਤਾ ਜਾਵੇ। ਸੋ ਦੇਖਦੇ ਹਾਂ ਕੀ ਬਣਦਾ। ਤੁਹਾਡੀਆਂ ਦੁਆਵਾਂ, ਤੁਹਾਡੀਆਂ ਵਿਸ਼ੇਸ ਸਾਨੂੰ ਹਮੇਸ਼ਾ ਚਾਹੀਦੀਆਂ ਨੇ। ਸੋ ਤੁਹਾਡਾ ਪਿਆਰ ਲਈ ਬਹੁਤ ਬਹੁਤ ਸ਼ੁਕਰੀਆ। ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ 4 ਪਾਰਟਿਸਪੈਂਟ ਨੇ। ਜਿਵੇਂ ਤੁਸੀਂ ਜਾਣਦੇ ਹੋ ਕਿ ਤਕਰੀਬਨ 8-9 ਪਾਰਟਿਸਪੈਂਟ ਸੀ ਜਦੋਂ ਅਸੀਂ ਸ਼ੁਰੂ ਕੀਤਾ ਸੀ ਇਸ ਪ੍ਰੋਗਰਾਮ ਨੂੰ ਔਰ ਹਰ ਐਪੀਸੋਡ ਦੇ ਵਿੱਚ, ਹਰ ਰਾਊਂਡ ਦੇ ਵਿੱਚੋਂ ਕਿਸੇ ਇੱਕ ਪਾਰਟਿਸਪੈਂਟ ਨੂੰ ਜਾਣਾ ਹੁੰਦਾ ਹੈ। ਕਿਸੇ ਤੋਂ ਭਾਵ ਇਹ ਨਹੀਂ ਕਿ ਕਿਸੇ ਨੂੰ ਵੀ ਅਸੀਂ ਕੱਢ ਦਈਏ, ਕਿਸੇ ਤੋਂ ਭਾਵ ਕਿ ਜਿਹਦੀ ਕਿਸੇ ਨੇ ਕਿਸੇ ਪਰਫਾਰਮੈਂਸ ਕਰਕੇ ਜਾਂ ਗਾਣੇ ਕਰਕੇ ਜਾਂ ਸੁਰ ਜਾਂ ਲੈ ਕਿਸੇ ਨਾ ਕਿਸੇ ਵਜ੍ਹਾ ਕਰਕੇ ਉਹਨਾਂ ਨੂੰ ਜਾਣਾ ਪੈਂਦਾ ਹੈ। ਸੋ ਜਿਹਦੇ ਬਹੁਤ ਘੱਟ ਪੁਆਇੰਟ ਹੁੰਦੇ ਹਨ, ਕਿਸੇ ਇੱਕ ਨੂੰ ਜਾਣਾ ਪੈਂਦਾ ਹੈ। ਪਰ ਮੈਂ ਹਮੇਸ਼ਾ ਕਹਿੰਦਾ ਕਿ ਇਹ ਤੁਹਾਡਾ ਆਖਰੀ ਕੋਈ ਸ਼ੋਅ ਨਹੀਂ ਹੈ, ਕੋਈ ਤੁਹਾਡਾ ਆਖਰੀ ਕੰਪੀਟੀਸ਼ਨ ਨਹੀਂ ਹੈ। ਜਿਹੜੇ ਬੱਚੇ ਇਸ ਪ੍ਰੋਗਰਾਮ ਦੇ ਵਿੱਚੋਂ ਆਊਟ ਜਾ ਚੁੱਕੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਹੋਰ ਮਿਹਨਤ ਕਰੋ ਅਤੇ ਪੂਰੀ ਜ਼ਿੰਦਗੀ ਤੁਹਾਡੀ ਪਈ ਹੈ। ਤੁਸੀਂ ਬੱਚੇ ਹੋ, ਜਵਾਨ ਹੋ, ਬੜਾ ਟਾਈਮ ਹੈ ਤੁਹਾਡੇ ਕੋਲ, ਮਿਹਨਤ ਕਰਦੇ ਜੋ, ਮਾਲਕ ਭਾਗ ਜ਼ਰੂਰ ਲਾਏਗਾ। ਮੈਂ ਹਮੇਸ਼ਾ ਇੱਕ ਗੱਲ ਕਹਿਣਾ ਹੋਣਾ ਕਿ ਮਾਲੀ ਦਾ ਕੰਮ ਪਾਣੀ ਪਾਉਣਾ ਭਰ ਭਰ ਮਸ਼ਕਾਂ ਪਾਵੇ, ਮਾਲੀ ਦਾ ਕੰਮ ਪਾਣੀ ਪਾਉਣਾ ਭਰ ਭਰ ਮਸ਼ਕਾਂ ਪਾਵੇ, ਉਸ ਮਾਲਿਕ ਦਾ ਕੰਮ ਫਲ ਫੁਲਾਉਣਾ ਲਾਵੇ ਜਾਂ ਨਾ ਲਾਵੇ। ਤੁਸੀਂ ਆਪਣੀ ਮਿਹਨਤ ਦੇ ਨਾਲ ਆਪਣੇ ਕੰਮ ਕਰਦੇ ਰਹੋ। ਉਹ ਮਾਲਕ ਬੜੀ ਚੀਜ਼ ਹੈ, ਉਹ ਮਾਲਕ ਬੜਾ ਬੇਅੰਤ, ਤੁਹਾਡੇ ਹਰ ਚੰਗੇ ਮਾੜੇ ਕੰਮ ਨੂੰ ਵਾਚ ਕਰਦਾ ਹੈ ਔਰ ਚੰਗੇ ਕੰਮ ਨੂੰ ਭਾਗ ਵੀ ਲਾਉਂਦਾ ਹੈ। ਤੁਸੀਂ ਮਿਹਨਤ ਕਰੋ, ਮਾਲਕ ਭਾਗ ਜ਼ਰੂਰ ਲਾਏਗਾ। ਅੱਜ ਦੇ ਇਸ ਰਾਊਂਡ ਦੇ ਵਿੱਚ 4 ਪਾਰਟਿਸਪੈਂਟ ਨੇ ਮੇਰੇ ਕੋਲ। ਤਨਵੀਰ ਥਾਪਰ, ਰਿੰਕੂ ਸ਼ਾਹ ਦੀਵਾਨਾ, ਦੀਪਿਕਾ ਅਤੇ ਰਮੇਸ਼ ਮਹੇ। ਸੋ ਇਹਦੇ 4 ਪਾਰਟਿਸਪੈਂਟ ਵਿੱਚੋਂ ਅੱਜ ਫਿਰ ਕਿਸੇ ਇੱਕ ਨੂੰ ਜਾਣਾ ਪਏਗਾ। ਸੋ ਦੇਖਦੇ ਹਾਂ ਅੱਜ ਕੀ ਕਿਹਨੇ ਕੀ ਗਿਆ। ਵੈਸੇ ਮੈਂ ਸੁਣ ਚੁੱਕਿਆ ਹੋਇਆ, ਆਲਰੇਡੀ ਸੁਣਿਆ ਹੁੰਦਾ ਮੈਂ ਰਿਕਾਰਡਿੰਗ ਕਰਨ ਤੋਂ ਪਹਿਲਾਂ ਬਹੁਤ, ਇੱਕ ਵਾਰੀ ਨਹੀਂ, 2 ਵਾਰੀ ਨਹੀਂ, 4 ਵਾਰੀ ਨਹੀਂ, ਬਹੁਤ ਵਾਰੀ ਸੁਣਦਾ ਕਿਉਂਕਿ ਮੇਰੀ ਇਹ ਕੋਸ਼ਿਸ਼ ਹੁੰਦੀ ਹੈ ਕਿ ਮੇਰੀ ਜੱਜਮੈਂਟ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਕਮੀ ਨਾ ਰਹਿ ਜਾਏ, ਕਿਸੇ ਪਾਰਟਿਸਪੈਂਟ ਨਾਲ ਧੱਕਾ ਨਾ ਹੋਵੇ, ਕਿਸੇ ਸੰਗੀਤ ਦੇ ਨਾਲ ਧੱਕਾ ਨਾ ਹੋਵੇ। ਸੋ ਦੋਨਾਂ ਚੀਜ਼ਾਂ ਨੂੰ ਬੈਲੈਂਸ ਰੱਖਣਾ ਬੜਾ ਜ਼ਰੂਰੀ ਹੈ। ਮੈਂ ਕਦੇ ਇਹ ਵੀ ਨਹੀਂ ਸੋਚਿਆ ਕਿ ਮੇਰਾ ਕੋਈ ਮਿੱਤਰ ਹੈ, ਯਾਰ ਦੋਸਤ ਹੈ, ਉਹਨੂੰ ਅੱਗੇ ਲੈ ਕੇ ਜਾਣਾ ਜਾਂ ਕਿਸੇ ਨਾਲ ਕੋਈ ਮੈਨੂੰ ਨਹੀਂ ਜਾਣਦਾ ਉਹਨੂੰ ਅਸੀਂ ਪਿੱਛੇ ਰੱਖਣਾ। ਕੋਈ ਦੀ ਵੀ ਜ਼ਿੰਦਗੀ ਦੇ ਵਿੱਚ ਤੁਸੀਂ ਜਿੰਨੇ ਵੀ ਮੇਰੇ ਐਪੀਸੋਡ ਨੇ ਤੁਸੀਂ ਕਿਸੇ ਨੂੰ ਵੀ ਦਿਖਾ ਲਿਓ, ਤੁਹਾਨੂੰ ਕਿਤੇ ਵੀ ਕਿੰਤੂ ਪਰੰਤੂ ਲੱਗੀ ਮੇਰੀ ਜੱਜਮੈਂਟ ਦੇ ਵਿੱਚ ਅਤੇ ਸ਼ਰੇਆਮ ਤੁਸੀਂ ਮੈਨੂੰ ਕਿਤੇ ਵੀ ਗੱਲ ਕਰ ਸਕਦੇ ਹੋ ਮੇਰੇ ਨਾਲ। ਸੋ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਬੜੀ ਨਿਰਪੱਖਤਾ ਦੇ ਨਾਲ ਇਸ ਪ੍ਰੋਗਰਾਮ ਦਾ ਰਿਜ਼ਲਟ ਕੱਢਿਆ ਜਾਵੇ। ਚਲੋ ਫਿਰ ਸ਼ੁਰੂਆਤ ਕਰਦੇ ਹਾਂ ਅੱਜ ਦੇ ਇਸ 5ਵੇਂ ਤੇ ਰੋਮਾਂਟਿਕ ਸੌਂਗਸ ਰਾਊਂਡ ਦੀ। ਔਰ ਸਭ ਤੋਂ ਪਹਿਲਾਂ ਕੁਝ ਸੁਣਾ ਰਹੇ ਨੇ ਤਨਵੀਰ ਥਾਪਰ ਸਾਹਿਬ। ਥਾਪਰ ਸਾਹਿਬ ਦੇਖਦੇ ਆ ਕੀ ਸੁਣਾ ਰਹੇ ਨੇ। ਰਿਸਪੈਕਟਡ ਜੱਜ ਪਰਮਜੀਤ ਹੰਸ ਅਤੇ ਪਿਆਰੀ ਆਡੀਅנס ਨੂੰ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ
किस्मत दे सितारे ऑनलाइन सिंगिंग ਕੰਪੀਟੀਸ਼ਨ ਦੇ ਪਹਿਲੇ 4 ਰਾਉਂਡ ਪਾਰ ਕਰਕੇ ਮੈਂ 5ਵੇਂ ਰਾਉਂਡ ਵਿੱਚ ਪਹੁੰਚ ਗਿਆ ਹਾਂ। 5ਵਾਂ ਰਾਉਂਡ ਜੋ ਕਿ ਰੋਮਾਂਟਿਕ ਸੌਂਗਸ ਦਾ ਰਾਉਂਡ ਹੈ। ਇਸ ਵਿੱਚ ਅੱਜ ਮੇਰੇ ਨਾਲ ਸਾਥ ਦੇ ਰਹੇ ਨੇ ਢੋਲਕ ਤੇ ਅਸ਼ਵਨੀ ਕੁਮਾਰ ਜੀ ਔਰ ਗਿਟਾਰ ਤੇ ਸਾਥ ਦੇ ਰਹੇ ਨੇ ਦਿਨੇਸ਼ ਕੁਮਾਰ ਜੀ। ਸੋ ਇਹਨਾਂ ਦਾ ਬਹੁਤ ਬਹੁਤ ਥੈਂਕ ਯੂ। ਸੋ ਮੈਂ ਉਮੀਦ ਕਰਦਾ ਹਾਂ ਜਿਸ ਤਰ੍ਹਾਂ ਤੁਸੀਂ ਪਹਿਲੇ ਸਾਰੇ ਰਾਉਂਡ ਦੇ ਵਿੱਚ ਮੇਰੀ ਪਰਫਾਰਮੈਂਸ ਨੂੰ ਪਸੰਦ ਕੀਤਾ ਹੈ, ਇਸ ਪਰਫਾਰਮੈਂਸ ਨੂੰ ਵੀ ਬਹੁਤ ਬਲੇਸਿੰਗਸ ਦਿਓਗੇ। ਥੈਂਕ ਯੂ ਜੀ। ਵਾਹ ਤਨਵੀਰ ਸਾਹਿਬ, ਹਮੇਸ਼ਾ ਹੀ ਤਰ੍ਹਾਂ ਤੁਸੀਂ ਕਮਾਲ ਕਰ ਦਿੱਤੇ। ਬਹੁਤ ਹੀ ਮੇਰਾ ਫੇਵਰੇਟ ਸੌਂਗ ਹੈ ਔਰ ਫੇਵਰੇਟ ਸਿੰਗਰ ਫਿਰੋਜ਼ ਖਾਨ ਮੇਰਾ ਬਹੁਤ ਹੀ ਪਿਆਰਾ ਛੋਟਾ ਵੀਰ ਹੈ। ਜਦੋਂ ਅਸੀਂ ਮਿਲਦੇ ਵੀ ਹੁੰਦੇ ਹਾਂ ਤਾਂ ਮੈਂ ਕਹਿੰਦਾ ਹੁੰਦਾ ਇਹਦਾ ਜ਼ਰੂਰ ਸਥਾਈ ਅੰਤਰਾ ਸੁਣਾਓ। ਸੋ ਬਹੁਤ ਹੀ ਪਿਆਰਾ ਸੌਂਗ ਹੈ ਔਰ ਉਸੇ ਫੀਲ ਨਾਲ ਤੁਸੀਂ ਗਾਇਆ। ਮੈਂ ਇਹ ਗੱਲ ਹਮੇਸ਼ਾ ਕਹਿੰਦਾ ਹੁੰਦਾ ਕਿ ਜਿਹੜੀ ਤੁਸੀਂ ਕਰ ਰਹੇ ਹੋ ਕਿ ਜੇ ਤੁਸੀਂ ਉਸ ਕਲਾਕਾਰ ਦੀ ਉਸ ਜਗ੍ਹਾ ਤੱਕ ਨਹੀਂ ਪਹੁੰਚ ਸਕਦੇ ਜਿਸ ਤਰ੍ਹਾਂ ਉਸ ਕਲਾਕਾਰ ਨੇ ਗਾਇਆ ਹੁੰਦਾ, ਕਿਸੇ ਦੇ ਕਲਾਕਾਰ ਤੁਸੀਂ ਗੀਤ ਗਾਉਂਦੇ ਹੋ, ਤੁਸੀਂ ਆਪਣੀ ਵੇਰੀਏਸ਼ਨ ਜਦੋਂ ਕਰਦੇ ਤੁਸੀਂ ਆਪਣਾ ਕੁਛ ਉਹਦੇ ਵਿੱਚ ਕੰਮ ਕਰਦੇ ਹੋ, ਇੰਨੀ ਖੂਬਸੂਰਤੀ ਨਾਲ ਕਰੋ ਕਿ ਜਿਹੜੀਆਂ ਉਹਨਾਂ ਦੀਆਂ ਛੱਡੀਆਂ ਹੋਈਆਂ ਜਗ੍ਹਾ ਜਿਹੜੀਆਂ ਤੁਹਾਡੇ ਕੋਲ ਨਹੀਂ ਪੂਰੀਆਂ ਹੋਈਆਂ ਉਹਨੂੰ ਤੁਸੀਂ ਇੰਨੇ ਸੋਹਣੇ ਤਰੀਕੇ ਨਾਲ ਭਰੋ ਕਿ ਉਹ ਮਹਿਸੂਸ ਨਾ ਹੋਣ। ਤੁਸੀਂ 2-3 ਜਗ੍ਹਾ ਆਪਣਾ ਉਹ ਸ਼ਾਇਦ ਮੈਨੂੰ ਫਿਰੋਜ਼ ਖਾਨ ਤੱਕ ਉੱਥੇ ਤੱਕ ਨਹੀਂ ਪਹੁੰਚ ਸਕੇ, ਪਰ ਉਹ ਜਗ੍ਹਾ ਤੁਸੀਂ ਜਿਵੇਂ ਭਰੀਆਂ ਆ ਉਹ ਕਮਾਲ ਕਰਤੀ।
ਔਰ 2-3 ਜਗ੍ਹਾ ਸਮ ਜਿਹੜਾ ਬੜਾ ਕਮਾਲ ਦਾ ਆਇਆ ਤੁਹਾਡਾ। ਮੈਨੂੰ ਡਰ ਸੀਗਾ ਕਿ ਸ਼ਾਇਦ ਥੋੜ੍ਹਾ ਅੱਗੇ ਪਿੱਛੇ ਹੋ ਜਾਏਗਾ, ਪਰ ਜਿਵੇਂ ਤੁਸੀਂ ਉਸ ਲੈ ਨੂੰ ਔਰ ਉਸ ਸਮ ਨੂੰ ਸੰਭਾਲਿਆ, ਪ੍ਰੋਪਰ ਉਹ ਸਮ 'ਤੇ ਲੈ ਕੇ ਆਂਦਾ, ਇਹ ਵਧਾਈ ਦੇ ਹੱਕਦਾਰ ਹੋ ਤੁਸੀਂ। ਔਰ ਨਾਲ ਤੁਹਾਡੇ ਜਿਹੜੇ ਬਹੁਤ ਵਧੀਆ ਕੰਮ ਕਰ ਰਹੇ ਨੇ ਦੋਨੋਂ ਮਜੀਸ਼ੀਅਨ, ਗਿਟਾਰ 'ਤੇ ਵੀ ਅਤੇ ਢੋਲਕ 'ਤੇ ਵੀ, ਇਹ ਵੀ ਵਧਾਈ ਦੇ ਹੱਕਦਾਰ ਨੇ। ਬਹੁਤ ਹੀ ਸੋਹਣਾ ਉਹਨਾਂ ਨੇ ਤੁਹਾਨੂੰ ਨਿਭਾਇਆ, ਤੁਹਾਡੇ ਗਾਣੇ ਨੂੰ, ਤੁਹਾਡੇ ਇਸ ਕੰਪੋਜੀਸ਼ਨ ਨੂੰ। ਸੋ ਬਹੁਤ ਸੋਹਣਾ ਕੰਮ ਕੀਤਾ, ਉਹਨਾਂ ਦਾ ਵੀ ਥੈਂਕਸ ਕਰਦੇ ਹਾਂ ਇਸ ਟੀਮ ਦੇ ਵਿੱਚ ਯੋਗਦਾਨ ਪਾਉਣ ਵਾਸਤੇ। ਸੋ ਥੈਂਕ ਯੂ ਵੈਰੀ ਮੱਚ। ਅਤੇ ਤਨਵੀਰ ਸਾਹਿਬ ਤੁਸੀਂ ਬਹੁਤ ਅੱਛਾ ਗਾਇਆ। ਦੇਖਦੇ ਹਾਂ ਅਜੇ ਇੱਕ ਰਾਊਂਡ ਹੋਰ ਹੈ, ਕੌਣ ਕੀ ਕਰਦਾ। ਹੋ ਸਕਦਾ ਅਗਲੇ ਰਾਊਂਡ ਵਿੱਚ ਕੋਈ ਤੁਹਾਡੇ ਤੋਂ ਵੀ ਜ਼ਿਆਦਾ ਖਰਾ ਗਾ ਜਾਵੇ। ਜਿਵੇਂ ਜਿਵੇਂ ਤੁਸੀਂ ਤਰੱਕੀ ਕਰ ਰਹੇ ਹੋ, ਜਿਵੇਂ ਜਿਵੇਂ ਕੁਝ ਸਿੰਗਰ ਸਾਡੀਆਂ ਉਮੀਦਾਂ ਤੋਂ ਵੀ ਕਿਤੇ ਜ਼ਿਆਦਾ ਖਰਾ ਗਾ ਰਹੇ ਨੇ, ਹੋ ਸਕਦਾ ਕਿ ਅਗਲੇ ਰਾਊਂਡ ਵਿੱਚ ਕੁਝ ਤਖਤਾ ਪਲਟ ਜਾਵੇ, ਪਰ ਫਿਲਹਾਲ ਇਸ ਰਾਊਂਡ ਤੱਕ ਤੁਸੀਂ ਜ਼ਿੰਦਾਬਾਦ ਹੋ। ਮਾਲਕ ਤੁਹਾਨੂੰ ਬਹੁਤ ਤਰੱਕੀਆਂ ਬਖਸ਼ੇ। ਆਲ ਦਾ ਬੈਸਟ। ਸੋ ਮਿੱਤਰੋ ਪਿਆਰਿਓ, ਤੁਸੀਂ ਇਸ ਵੇਲੇ ਦੇਖ ਰਹੇ ਹੋ ਪ੍ਰੋਗਰਾਮ ਕਿਸਮਤ ਦੇ ਸਿਤਾਰੇ। ਕਿਸਮਤ ਦੇ ਸਿਤਾਰੇ ਪ੍ਰੋਗਰਾਮ ਆਨਲਾਈਨ ਕੰਪੀਟੀਸ਼ਨ ਸ਼ੁਰੂ ਕੀਤਾ ਸੀ। ਬਹੁਤ ਹੀ ਵਧੀਆ ਸਾਡਾ ਐਕਸਪੀਰੀਅੰਸ ਰਿਹਾ ਔਰ ਪੂਰੀ ਟੀਮ ਨੇ ਬੜੀ ਮਿਹਨਤ ਕੀਤੀ ਹੈ ਔਰ ਸਾਰੇ ਪਾਰਟਿਸਪੈਂਟ ਬਹੁਤ ਮਿਹਨਤ ਕਰ ਰਹੇ ਨੇ। ਹਰ ਹਫਤੇ ਕੁਛ ਨਾ ਕੁਛ ਤਿਆਰ ਕਰਨਾ ਹੁੰਦਾ। ਜੇ ਅਸੀਂ ਇੰਡੀਆ ਦੇ ਵਿੱਚ ਪੂਰੀ ਟੀਮ ਹੁੰਦੀ ਤਾਂ ਹੋ ਸਕਦਾ ਕਿ ਅਸੀਂ ਇਕੱਠੇ ਹੋ ਕੇ ਕਿਤੇ ਵੱਡੇ ਚੈਨਲ 'ਤੇ ਇਸ ਪ੍ਰੋਗਰਾਮ ਕਰਦੇ, ਪਰ ਹਾਲਾਤ ਕੁਛ ਇਹੋ ਜਿਹਾ ਹੋ ਗਏ ਨੇ। ਇੱਕ ਤਾਂ ਕਰੋਨਾ ਕਰਕੇ, ਇੱਕ ਅਸੀਂ ਅਲੱਗ-ਅਲੱਗ ਜਗ੍ਹਾ ਬੈਠੇ ਹੋਏ ਹਾਂ। ਸੋ ਔਨਲਾਈਨ ਕਰਨ ਦਾ ਵੀ ਇਹ ਰੁਝਾਨ ਦਿਮਾਗ ਦੇ ਵਿੱਚ ਜਦੋਂ ਆਇਆ ਤਾਂ ਬੜਾ ਸੋਚਦੇ ਸੀ ਕਿਵੇਂ ਹੋਏਗਾ, ਪਰ ਇੰਨਾ ਵਧੀਆ ਐਕਸਪੀਰੀਅੰਸ ਹੋਇਆ ਕਿ ਅਸੀਂ ਹੁਣ ਬਹੁਤ ਸਾਰੇ ਪ੍ਰੋਗਰਾਮ ਇਹੋ ਜਿਹੇ ਕਰਿਆ ਕਰਾਂਗੇ ਫਿਊਚਰ ਦੇ ਵਿੱਚ। ਅਤੇ ਲਓ ਫਿਰ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ। ਅੱਜ ਦੇ ਇਸ ਰਾਊਂਡ ਦੇ ਵਿੱਚ ਰੋਮਾਂਟਿਕ ਸੌਂਗ ਲੈ ਕੇ ਸਾਡੇ ਨੈਕਸਟ ਫਨਕਾਰ ਆ ਰਹੇ ਨੇ। ਬਹੁਤ ਹੀ ਵਧੀਆ, ਸਾਡੀ ਬਹੁਤ ਹੀ ਪਿਆਰੀ ਬੱਚੀ, ਚੁਲਬੁਲੀ ਜਿਹੀ ਦੀਪਿਕਾ। ਦੀਪਿਕਾ ਬੇਟਾ ਆਓ ਫਿਰ, ਕੀ ਸੁਣਾ ਰਹੇ ਹੋ? ਸਤਿ ਸ੍ਰੀ ਅਕਾਲ, ਮੇਰਾ ਸਤਿ ਨਾਮ ਸ੍ਰੀ ਅਕਾਲ। ਦੀਪਿਕਾ, ਮੈਂ ਟਾਂਡਾ ਮੋੜ ਡਿਸਟ੍ਰਿਕਟ ਹੁਸ਼ਿਆਰਪੁਰ ਤੋਂ ਬਿਲੋਂਗ ਕਰਦੀ ਹਾਂ। 07 ਮਿਊਜ਼ਿਕ ਰਿਕਾਰਡ ਕੰਪਨੀ ਵੱਲੋਂ ਕਰਵਾਏ ਗਏ ਪ੍ਰੋਗਰਾਮ ਕਿਸਮਤ ਦੇ ਸਿਤਾਰੇ ਵਿੱਚ ਮੈਂ 4th ਰਾਊਂਡ ਪਾਸ ਕਰਕੇ 5th ਰਾਊਂਡ ਵਿੱਚ ਪਹੁੰਚ ਚੁੱਕੀ ਹਾਂ। ਕਿਸਮਤ ਦੇ ਸਿਤਾਰੇ ਪ੍ਰੋਗਰਾਮ ਦੇ ਮੁੱਖ ਪ੍ਰਬੰਧਕ ਗਾਇਕ ਸ਼੍ਰੀ ਅਮਰੀਕ ਜਸਲ ਜੀ ਅਤੇ ਪ੍ਰੋਡਿਊਸਰ ਸ਼੍ਰੀ ਪਰਮਜੀਤ ਹੰਸ ਜੀ ਅਤੇ ਆਲ ਜੱਜੀ ਸਾਹਿਬਾਨ ਜੀ ਦੀ ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਅਤੇ ਆਪਣੇ ਸਾਰੇ ਹੀ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਮੈਨੂੰ ਅੱਗੇ ਵਧਾਇਆ, ਸਪੋਰਟ ਕੀਤਾ। ਥੈਂਕਸ ਆਲ। ਅਤੇ ਹੁਣ ਤੁਹਾਨੂੰ ਮੈਂ ਰੋਮਾਂਟਿਕ ਸੌਂਗ ਸੁਣਾਉਣ ਜਾ ਰਹੀ ਹਾਂ। ਪਾਣੀ ਦੀਆਂ ਛੱਲਾਂ ਹੋਵਾਂ, ਤੂੰ ਹੋਵੇ ਮੈਂ ਹੋਵਾਂ, ਪਿਆਰ ਦੀਆਂ ਗੱਲਾਂ ਹੋਵਣ, ਤੂੰ ਹੋਵੇ ਮੈਂ ਹੋਵਾਂ। ਪਾਣੀ ਦੀਆਂ ਛੱਲਾਂ ਹੋਵਣ, ਤੂੰ ਹੋਵੇ ਮੈਂ ਹੋਵਾਂ, ਪਿਆਰ ਦੀਆਂ ਗੱਲਾਂ ਹੋਵਣ, ਤੂੰ ਹੋਵੇ ਮੈਂ ਹੋਵਾਂ। ਕੁਝ ਗੱਲਾਂ ਤੂੰ ਕਰੇ, ਕੁਝ ਗੱਲਾਂ ਮੈਂ ਕਰਾਂ, ਮੁੱਕੇ ਨਾ ਸਾਡੀ ਗੱਲਬਾਤ। ਪਾਣੀ ਦੀ ਛੱਲਾਂ ਹੋਵਣ, ਤੂੰ ਹੋਵੇ ਮੈਂ ਹੋਵਾਂ, ਪਿਆਰ ਦੀਆਂ ਗੱਲਾਂ ਹੋਵਣ, ਤੂੰ ਹੋਵੇ ਮੈਂ ਹੋਵਾਂ। ਮੋਰਾਂ ਦੀ ਰੁੰਝਣ ਹੋਵੇ, ਚਿੜੀਆਂ ਦੀਆਂ ਚਹਿਕਾਂ ਹੋਵਣ, ਪੌੜਾਂ ਵਿੱਚ ਖੁੱਲੀਆਂ ਨਾਜ਼ੁਕ ਕਲੀਆਂ ਦੀਆਂ ਮਹਿਕਾਂ ਹੋਵਣ। ਰਿਮਝਿਮ ਜਿਹੀ ਹੋਈ ਹੋਵੇ, ਤੂੰ ਹੋਵੇ ਮੈਂ ਹੋਵਾਂ, ਹੋ ਨਾ ਕੋਈ ਹੋਵੇ, ਤੂੰ ਹੋਵੇ ਮੈਂ ਹੋਵਾਂ। ਕੁਝ ਗੱਲਾਂ ਤੂੰ ਕਰੇ, ਕੁਝ ਗੱਲਾਂ ਮੈਂ ਕਰਾਂ, ਸੁੱਤੀ ਪਈ ਹੋਵੇ ਕਾਇਨਾਤ। ਪਾਣੀ ਦੀ ਛੱਲਾਂ ਹੋਵਣ, ਤੂੰ ਹੋਵੇ ਮੈਂ ਹੋਵਾਂ, ਪਿਆਰ ਦੀਆਂ ਗੱਲਾਂ ਹੋਵਣ, ਤੂੰ ਹੋਵੇ ਮੈਂ ਹੋਵਾਂ, ਤੂੰ ਹੋਵੇ ਮੈਂ ਹੋਵਾਂ, ਤੂੰ ਹੋਵੇ ਮੈਂ ਹੋਵਾਂ, ਤੂੰ ਹੋਵੇ ਮੈਂ ਹੋਵਾਂ। ਦੀਪਿਕਾ ਬੇਟਾ ਬਹੁਤ ਸੋਹਣਾ ਤੁਸੀਂ ਗਾਉਂਦੇ ਹੋ। ਤੂੰ ਬੜੀ ਪਿਆਰੀ ਬੱਚੀ ਹੈ ਬੇਟਾ। ਸੰਗੀਤ 'ਤੇ ਤੁਸੀਂ ਸੋਹਣੀਆਂ ਸ਼ੁਰਤੀਆਂ ਬੜੀਆਂ ਸੋਹਣੀਆਂ ਲਾਈਆਂ ਨੇ, ਜੋ ਰਾਣੀ ਰਣਦੀਪ ਹੋਣਾ ਨੇ ਲਾਈਆਂ ਹੋਈਆਂ ਨੇ ਇਸ ਗੀਤ ਦੇ ਵਿੱਚ। ਅਤੇ ਕੁਛ ਇੱਕ ਜਗ੍ਹਾ ਸੁਰ ਵੀ ਤੁਹਾਡੇ ਹਿੱਲੇ ਨੇ, ਸ਼ਾਇਦ ਤੁਹਾਨੂੰ ਵੀ ਮਹਿਸੂਸ ਹੁੰਦਾ ਹੋਵੇ ਜਾਂ ਨਹੀਂ।
क्योंकि इस करके मैं कहना हुन्ना कि ਕੰਨ भी सुरीले होने बहुत ਜ਼ਰੂਰੀ है। अपना गाना गा के सुनिया ਜ਼ਰੂਰ करो बेटा। मैं नहीं कहता ਤੁਸੀਂ ਮਾੜਾ ਗਾਇਆ, ਬਹੁਤ ਸੋਹਣਾ ਗਾਇਆ ਤੁਸੀਂ, ਆਪਣੀ ਉਮਰ ਤੋਂ ਕਿਤੇ ਜ਼ਿਆਦਾ ਵਧੀਆ ਗਾਇਆ। ਔਰ ਤੁਹਾਡੇ ਵਿੱਚ ਉਹ ਕੁਛ ਕਣ ਹੈਗੇ ਨੇ ਜੋ ਤੁਹਾਨੂੰ ਬਹੁਤ ਅੱਛੀ ਗਾਇਕਾ ਬਣਾ ਸਕਦੇ ਨੇ। ਪਰ ਇਹ ਹੈ ਕਿ ਮਿਹਨਤ ਕਰਨੀ ਪਏਗੀ ਬਹੁਤ ਤੁਹਾਨੂੰ, ਕਿਉਂਕਿ ਮਾਲਕ ਤੁਹਾਨੂੰ ਸੁਰ ਦੇ ਦਿੰਦਾ, ਮਾਲਕ ਤੁਹਾਨੂੰ ਗੋਡ ਗਿਫਟ ਕਰਦਾ ਹੈ ਤੁਹਾਨੂੰ ਐਸੀਆਂ ਐਸੀਆਂ ਚੀਜ਼ਾਂ, ਕੋਈ ਜੋ ਨਹੀਂ ਕਿ ਸੰਗੀਤ ਦੀ ਗੱਲ ਕਿਸੇ ਵੀ ਫੀਲਡ ਦੇ ਵਿੱਚ ਜੋ ਪਰਮਾਤਮਾ ਤੁਹਾਨੂੰ ਦਿੰਦਾ ਆ, ਫਿਰ ਸਾਡੀ ਡਿਊਟੀ ਹੁੰਦੀ, ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਤੀ ਹੈ ਤੁਹਾਨੂੰ ਸੋਹਣਾ ਗਲਾ ਦੇ ਕੇ, ਤੁਹਾਨੂੰ ਮਿਊਜ਼ੀਕਲ ਸੈਂਸ ਦੇ ਕੇ। ਪਰ ਉਸੇ ਦਿੱਤੇ ਹੋਏ ਪਰਮਾਤਮਾ ਦੀ ਦਿੱਤੀ ਆਵਾਜ਼ ਨੂੰ ਤੁਸੀਂ ਰਿਆਜ਼ ਕਰਕੇ ਨਿਖਾਰਨਾ ਹੁੰਦਾ, ਉਹ ਤੁਹਾਡਾ ਕੰਮ ਆ, ਉਹ ਪਰਮਾਤਮਾ ਨੇ ਨਹੀਂ ਕਰਨਾ। ਸੋ ਰਿਆਜ਼ ਕਰੋ, ਅੱਛੇ ਅੱਛੇ ਉਸਤਾਦ ਲੋਕਾਂ ਤੋਂ ਸਿੱਖੋ, ਉਹਨਾਂ ਦੀ ਸੰਗਤ ਕਰੋ। ਔਰ ਜੋ ਵੀ ਕੋਈ ਟਿਪਸ ਦਿੰਦਾ ਜਿਹੜਾ ਤੁਹਾਡੇ ਤੋਂ ਸੀਨੀਅਰ ਹੈ, ਜਿਹਨੂੰ ਸੰਗੀਤ ਬਾਰੇ ਥੋੜ੍ਹਾ ਬਹੁਤਾ ਪਤਾ, ਉਹਨੂੰ ਬਹੁਤ ਪਿਆਰ ਦੇ ਨਾਲ ਸਵੀਕਾਰਿਆ ਕਰੋ ਅਤੇ ਉਹਦੇ 'ਤੇ ਕੰਮ ਕਰਿਆ ਕਰੋ। ਤੁਸੀਂ ਬਹੁਤ ਅੱਛਾ ਗਾਇਆ, ਮਿਹਨਤ ਜ਼ਰੂਰ ਕਰਦੇ ਰਹੋ। ਤੁਸੀਂ ਇਹ ਨਾ ਸੋਚੋ ਕਿ ਸ਼ਾਇਦ ਤੁਹਾਡਾ ਇਹ ਆਖਰੀ ਕੰਪੀਟੀਸ਼ਨ ਆ, ਜਿਵੇਂ ਮੈਂ ਹਰ ਪਾਰਟੀਸਪੈਂਟ ਨੂੰ ਕਹਿੰਦਾ, ਤੁਸੀਂ ਤੁਹਾਡੀ ਬਹੁਤ ਬੇਟਾ, ਤੁਸੀਂ ਬਹੁਤ ਛੋਟੇ ਜਿਹੇ ਹੋ, ਤੁਹਾਡੇ ਕੋਲ ਬਹੁਤ ਟਾਈਮ ਆ। ਅਸੀਂ ਤਾਂ ਵੈਸੇ ਹੀ ਲੇਟ ਹੋ ਗਏ ਗਾਉਣ ਦੇ ਚੱਕਰਾਂ ਵਿੱਚ, ਮੈਂ ਤਾਂ ਸੇਵਾ 'ਚ ਹੀ ਲੱਗਾ ਰਿਹਾ ਸਾਰੀ ਉਮਰ। ਸੋ ਤੁਹਾਡੇ ਕੋਲ ਬਹੁਤ ਟਾਈਮ ਆ, ਤੁਸੀਂ ਮਿਹਨਤ ਕਰੋ, ਮਾਲਕ ਤੁਹਾਡੇ ਕੰਮ ਨੂੰ ਜ਼ਰੂਰ ਭਾਗ ਲਾਏਗਾ। ਸੋ ਚੰਗੇ ਚੰਗੇ ਉਸਤਾਦਾਂ ਕੋਲ ਬੈਠਿਆ ਕਰੋ, ਉਹਨਾਂ ਦੀਆਂ ਗੱਲਾਂ ਸੁਣਿਆ ਕਰੋ, ਗਾਣਾ ਸੁਣਿਆ ਕਰੋ। ਚੰਗਾ ਗਾਉਣ ਵਾਸਤੇ ਚੰਗਾ ਸੁਣਨਾ ਬਹੁਤ ਜ਼ਰੂਰੀ ਆ। ਅੱਛੇ ਲੋਕਾਂ ਨੂੰ ਸੁਣਿਆ ਕਰੋ। ਸੋ ਅੱਛੇ ਲੋਕਾਂ ਨੂੰ ਸੁਣੋਗੇ ਤਾਂ ਤੁਹਾਡੀ ਨੇਚਰ ਉਹੋ ਜਿਹੀ ਹੋਏਗੀ। ਸੋ ਬੜਾ ਵਧੀਆ ਗੀਤ ਹੈ, ਰੋਮਾਂਟਿਕ ਸੌਂਗ ਹੈ ਅਤੇ ਤੁਸੀਂ ਬਹੁਤ ਬਖੂਬੀ ਦੇ ਨਾਲ ਨਿਭਾਇਆ ਇਸ ਗੀਤ ਨੂੰ। ਨਿੱਕੀਆਂ ਨਿੱਕੀਆਂ ਜੋ ਤੁਸੀਂ ਸ਼ੁਰਤੀਆਂ ਲਾਈਆਂ ਮੈਨੂੰ ਪਰਸਨਲੀ ਬਹੁਤ ਚੰਗੀਆਂ ਲੱਗੀਆਂ। ਮਾਲਕ ਤੁਹਾਨੂੰ ਬਹੁਤ ਤਰੱਕੀਆਂ ਬਖਸ਼ੇ। ਆਲ ਦਾ ਬੈਸਟ ਬੇਟਾ। ਸੋ ਕਿਸਮਤ ਦੇ ਸਿਤਾਰੇ ਪ੍ਰੋਗਰਾਮ ਤੁਸੀਂ ਦੇਖ ਰਹੇ ਹੋ। ਕਿਸਮਤ ਦੇ ਸਿਤਾਰੇ ਪ੍ਰੋਗਰਾਮ ਤੁਸੀਂ ਬਹੁਤ ਰੀਝ ਨਾਲ ਵੇਖਦੇ ਹੋ। ਔਰ ਕਿਸਮਤ ਦੇ ਸਿਤਾਰੇ ਪ੍ਰੋਗਰਾਮ ਦੇ ਵਿੱਚ ਜਿਹੜਾ ਮੇਰਾ ਰਾਊਂਡ ਹੈ, ਜਿਹੜੇ ਮੇਰਾ ਯਾਨੀ ਕਿ ਮੇਰੀ ਟੀਮ ਹੈ, ਜਿਹੜੇ ਮੇਰੇ ਗਰੁੱਪ ਹੈ, ਉਹਦੇ ਵਿੱਚ ਹੁਣ 4 ਪਾਰਟੀਸਪੈਂਟ ਅੱਜ ਇਸ 5ਵੇਂ ਰਾਊਂਡ ਦੇ ਵਿੱਚ ਰਹਿ ਗਏ ਨੇ। ਹਰ ਰਾਊਂਡ ਦੇ ਵਿੱਚ ਕਿਸੇ ਇੱਕ ਪਾਰਟੀਸਪੈਂਟ ਨੂੰ ਜਾਣਾ ਹੁੰਦਾ ਹੈ। ਤੁਸੀਂ ਰਿਐਲਿਟੀ ਸ਼ੋਜ਼ ਵੀ ਦੇਖਦੇ ਹੋ ਜਿਹੜੇ ਟੈਲੀਵਿਜ਼ਨਾਂ 'ਤੇ ਚੱਲਦੇ ਨੇ, ਕਿੱਡੀ ਵੱਡੀ ਟੀਮ ਹੁੰਦੀ, ਪਰ ਐਂਡ 'ਤੇ ਸਿਰਫ ਔਰ ਸਿਰਫ 3 ਕਲਾਕਾਰਾਂ ਲੈ ਕੇ ਜਾਣਾ ਪੈਂਦਾ। ਸੋ ਇਸੇ ਤਰ੍ਹਾਂ ਕਿਸਮਤ ਦੇ ਸਿਤਾਰੇ ਦਾ ਵੀ ਇਹੀ ਰੂਲ ਹੈ। ਔਰ ਇਸੇ ਰੂਲ ਨੂੰ ਫੋਲੋ ਕਰਦੇ ਹੋਏ ਅਸੀਂ ਹਰ ਐਪੀਸੋਡ ਦੇ ਵਿੱਚੋਂ ਕਿਸੇ ਇੱਕ ਗਾਇਕ ਨੂੰ ਅਸੀਂ ਆਊਟ ਕਰਨਾ ਹੁੰਦਾ। ਸਾਨੂੰ ਬੜਾ ਦੁੱਖ ਹੁੰਦਾ ਜਦੋਂ ਅਸੀਂ ਆਊਟ ਕਰਦੇ ਹਾਂ, ਟੂ ਬੀ ਓਨੈਸਟ, ਕਿ ਉਹ ਤੁਹਾਡੇ ਤੋਂ ਜ਼ਿਆਦਾ ਸਾਨੂੰ ਦੁੱਖ ਹੁੰਦਾ, ਕਿਉਂਕਿ ਇੱਕ ਪਰਿਵਾਰ ਬਣ ਜਾਂਦਾ, ਇੱਕ ਟੀਮ ਬਣ ਜਾਂਦੀ ਹੈ। ਔਰ ਉਸ ਟੀਮ ਦੇ ਵਿੱਚੋਂ ਕਿਸੇ ਇੱਕ ਕਲਾਕਾਰ ਨੂੰ ਕੱਢ ਦੇਣਾ ਸਾਡੇ ਵਾਸਤੇ ਬੜੀ ਦੁੱਖਦਾਇਕ ਗੱਲ ਹੁੰਦੀ। ਪਰ ਰੂਲ ਇਹ ਨੇ, ਕਰਨਾ ਪੈਂਦਾ। ਸੋ ਜਿਹੜਾ ਥੋੜ੍ਹਾ ਕਿਤੇ ਨਾ ਕਿਤੇ ਬੇਸ਼ੱਕ ਪਰਫੋਰਮੈਂਸ ਵੱਲੋਂ ਹੋਵੇ, ਬੇਸ਼ੱਕ ਤੁਸੀਂ ਤੁਹਾਡੇ ਸੁਰ ਵੱਲੋਂ, ਲੈਅ ਵੱਲੋਂ, ਕਿਸੇ ਵੀ ਗੱਲੋਂ ਤੁਹਾਨੂੰ ਥੋੜ੍ਹਾ ਜਿਹਾ ਵੀਕ ਲੱਗੇ, ਅਤੇ ਫਿਰ ਉਸ ਸ਼ਖਸ ਨੂੰ, ਉਸ ਫਨਕਾਰ ਨੂੰ ਇਸ ਗਰੁੱਪ ਵਿੱਚੋਂ ਜਾਣਾ ਪੈਂਦਾ। ਪਰ ਗੱਲ ਉਹੀ, ਫਿਰ ਤੁਸੀਂ ਮਿਹਨਤ ਨਹੀਂ ਛੱਡਣੀ, ਮਾਲਕ ਤੁਹਾਡੇ ਕੰਮ ਨੂੰ ਬਹੁਤ ਭਾਗ ਲਾਏਗਾ। ਸੋ ਕਿਸਮਤ ਦੇ ਸਿਤਾਰੇ ਵਿੱਚ ਅਗਲੇ ਬਹੁਤ ਹੀ ਵਧੀਆ ਫਨਕਾਰ ਨੇ ਰਿੰਕੂ ਸ਼ਾਹ ਦੀਵਾਨਾ ਸਾਹਿਬ। ਇਹਨਾਂ ਨੇ ਬਹੁਤ ਤਰੱਕੀ ਕੀਤੀ, ਬਹੁਤ ਪ੍ਰੋਗਰੈਸ ਕੀਤੀ ਇਸ ਪ੍ਰੋਗਰਾਮ ਦੇ ਵਿੱਚ। ਜਦੋਂ ਪਹਿਲਾਂ ਮੈਂ ਇਹਨਾਂ ਨੂੰ ਸੁਣਿਆ ਸੀ ਤਾਂ ਮੈਂ ਸੋਚਦਾ ਸੀ ਸ਼ਾਇਦ, ਬੇਸ਼ੱਕ ਉਹ ਪ੍ਰੋਫੈਸ਼ਨਲ ਸਿੰਗਰ ਨੇ, ਸ਼ੋਅ ਵੀ ਕਰਦੇ ਨੇ, ਅਤੇ ਮੈਂ ਇਹ ਸੋਚਦਾ ਹੁੰਦਾ ਕਿ ਕੈਸੇਟਸ ਆਉਣ ਕਰਕੇ, ਗਾਣੇ ਤੁਹਾਡੇ ਆਉਣ ਨਾਲ, ਜਾਂ ਤੁਸੀਂ ਬਹੁਤ ਸਟੇਜ ਸ਼ੋਅ ਕਰਦੇ ਹੋ, ਉਹ ਇੱਕ ਡਿਫਰੈਂਟ ਕੌਨਸੈਪਟ ਹੈ। ਅਤੇ ਜਿਹੜਾ ਕਿਸੇ ਕੰਪੀਟੀਸ਼ਨ ਵਿੱਚ ਭਾਗ ਲੈਣਾ, ਉਹ ਟੋਟਲੀ ਡਿਫਰੈਂਟ ਕੌਨਸੈਪਟ ਆ। ਸੋ ਤੁਸੀਂ ਬੇਸ਼ੱਕ ਪ੍ਰੋਫੈਸ਼ਨਲ ਸਿੰਗਰ ਹੋ, ਪਰ ਕੁਛ ਇੱਕ ਗੱਲਾਂ ਸਨ ਜਿਹੜੀਆਂ ਤੁਸੀਂ, ਤੁਹਾਡੇ ਵਿੱਚ ਅਸੀਂ ਉਹ ਤੁਹਾਨੂੰ ਚਾਹੁੰਦੇ ਸੀਗੇ ਕਿ ਉਹਦੇ ਥੋੜ੍ਹਾ ਕੰਮ ਕਰੋ, ਔਰ ਤੁਸੀਂ ਕੰਮ ਕਰਕੇ ਦਿਖਾਇਆ। ਇਹ ਬੜੀ ਚੰਗੀ ਗੱਲ ਹੈ। ਤੁਸੀਂ ਹਰ ਐਪੀਸੋਡ ਵਿੱਚ ਪਿਛਲੇ ਐਪੀਸੋਡ ਨਾਲੋਂ ਕਿਤੇ ਜ਼ਿਆਦਾ ਵਧੀਆ ਗਾਇਆ। ਔਰ ਅੱਜ ਦੀ ਜਿਹੜੀ ਪਰਫੋਰਮੈਂਸ, ਮੈਂ ਤਾਂ ਵੈਸੇ 3-4 ਵਾਰੀ ਦੇਖ ਹਟਿਆ ਔਰ ਫੁੱਲੀ ਇੰਜੋਏ ਵੀ ਕੀਤਾ ਤੁਹਾਡੀ ਪਰਫੋਰਮੈਂਸ ਨੂੰ। ਸੋ ਹੁਣ ਦੇਖਦੇ ਹਾਂ ਸਾਡੇ ਸਾਰੇ ਵਿਊਵਰਸ ਦੇ ਨਾਲ ਬੈਠ ਕੇ, ਤੁਸੀਂ ਦਿਲ ਚੋਰੀ ਸਾਡਾ ਹੋ ਗਿਆ ਨੂੰ ਕਿੰਨੀ ਖੂਬਸੂਰਤੀ ਨਾਲ ਨਿਭਾਇਆ। ਇਹ ਮੈਂ ਵੀ ਦੇਖਾਂਗਾ ਅਤੇ ਸਾਡੇ ਦਰਸ਼ਕ ਵੀ ਦੇਖਣਗੇ। ਰਿੰਕੂ ਸ਼ਾਹ ਦੀਵਾਨਾ ਸਾਹਿਬ। ਹੈਲੋ ਜੀ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਸੂਫੀ ਸਿੰਗਰ ਰਿੰਕੂ ਸ਼ਾਹ ਦੀਵਾਨਾ 5ਵੇਂ ਰਾਊਂਡ ਵਾਸਤੇ ਆਪ ਜੀ ਨੂੰ ਵੀਡੀਓ ਭੇਜ ਰਿਹਾ ਹਾਂ। ਕਬੂਲ ਕਰਨਾ ਜੀ। ਮੈਨੂੰ ਵੀ ਕਿਸੇ
काबू हाय चल गया तेरा जादू फिर निकल के साडा हो गया की करिए छोटी साडा हो गया की करिए मैं नहीं किसी के हो गया की करिए मेरी छोटी साडा हो गया की करिए ओ बैठ तेरी जान तेरे सिल्की बाल अब मैं किसे जाना चाहता मैं नशे में टली हो गया की करिए मेरी छोटी साडा 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 हो गया की करिए साडा हो गया की करिए थैंक यू जी। ਵਾਹ ਰਿੰਕੂ ਸ਼ਾਹ ਦੀਵਾਨਾ, ਰੌਣਕ ਲਾਤੀ ਤੁਸੀਂ। ਇਹ ਗਾਣਾ ਹੀ ਇਹੋ ਜਿਹਾ ਮੈਂ ਬਹੁਤ ਗਾਇਆ ਸਟੇਜਾਂ 'ਤੇ, ਤਕਰੀਬਨ ਹਰੇਕ ਸਟੇਜ 'ਤੇ ਇੱਕ ਵਾਰੀ ਨਹੀਂ, ਦੋ ਵਾਰੀ ਨਹੀਂ, ਤਿੰਨ ਵਾਰੀ, ਚਾਰ, ਪੰਜ ਵਾਰੀ ਇਹ ਲੋਕ ਸੁਣਦੇ ਹੁੰਦੇ ਸਨ। ਇਹ ਗਾਣਾ ਮੇਰੇ ਹੱਡਾਂ ਵਿੱਚ ਰਚਿਆ ਹੋਇਆ ਕਹਿ ਸਕਦੇ ਹਾਂ, ਕਿਉਂਕਿ ਪਹਿਲੀ ਦੀ ਗੱਲ ਹੈ ਵੀ ਗਾਇਆ ਵੀ ਮੈਂ ਬੜਾ, ਸੁਣਿਆ ਵੀ ਬਹੁਤ ਆ, ਔਰ ਵਜਾਇਆ ਵੀ ਹੰਸ ਭਾਜੀ ਨਾਲ ਸਾਰੇ ਪੀਸ ਜਿਹੜੇ ਵਜਾਏ ਹੋਏ ਨੇ ਮੈਂ। ਸੋ ਇਹਦੇ 'ਤੇ ਗਾਣਾ ਇਹ ਹੈ ਕਿ ਜੇ ਥੋੜ੍ਹਾ ਜਿਹਾ ਵੀ ਅੱਗੇ ਪਿੱਛੇ ਹੋਵੇ ਤਾਂ ਮੇਰੇ ਕੰਨ ਖੜੇ ਹੋ ਜਾਂਦੇ ਨੇ। ਸੋ ਤੁਸੀਂ ਅੱਛਾ ਨਿਭਾਇਆ। 2-3 ਜਗ੍ਹਾ ਮੈਨੂੰ ਥੋੜ੍ਹਾ ਲੱਗਾ, ਕਿਉਂਕਿ ਮੈਂ ਜਿਵੇਂ ਦੱਸਿਆ ਕਿ ਗਾਣਾ ਮੈਂ ਖੁਦ ਬਹੁਤ ਗਾਇਆ, ਬਹੁਤ ਸੁਣਿਆ। ਸੋ ਪਰ ਤੁਸੀਂ ਖੂਬਸੂਰਤੀ ਨਾਲ ਨਿਭਾਇਆ। ਜਿਹੜੀਆਂ ਛੋਟੀਆਂ ਥੋੜ੍ਹੀਆਂ ਇੱਕ ਦੋ ਜਗ੍ਹਾ ਮੈਨੂੰ ਕਮੀਆਂ ਲੱਗੀਆਂ, ਮੈਂ ਲਿਖੀਆਂ ਵੀ ਹੋਈਆਂ ਨੇ, ਉਹਨਾਂ ਨੂੰ ਮੈਂ ਨਜ਼ਰਅੰਦਾਜ਼ ਕਰਾਂਗਾ ਇਸ ਕਰਕੇ ਕਿਉਂਕਿ ਤੁਸੀਂ ਕਈ ਜਗ੍ਹਾ ਫਿਰ ਬਹੁਤ ਅੱਛਾ ਗਾਇਆ। ਸੋ ਤੁਸੀਂ ਬਹੁਤ ਤਰੱਕੀ ਕੀਤੀ ਤੁਹਾਡੇ ਗਾਣੇ ਵਿੱਚ, ਅਤੇ ਤੁਸੀਂ ਮਾਲਕ ਤੁਹਾਨੂੰ ਬਹੁਤ ਚੜ੍ਹਦੀਆਂ ਕਲਾ ਵਿੱਚ ਰੱਖੇ। ਦੇਖਦੇ ਹਾਂ ਕੌਣ ਕਿੱਥੇ ਤੱਕ ਜਾਂਦਾ ਹੈ ਇਸ ਕੰਪੀਟੀਸ਼ਨ ਦੇ ਵਿੱਚ। ਪਰ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੁੰਦੀ ਸਾਰੇ ਪਾਰਟੀਸਪੈਂਟ ਜਦੋਂ ਤੁਹਾਨੂੰ ਅਸੀਂ ਇਹਨੂੰ ਇਹ ਸੁਝਾਓ ਕਹਿ ਲਓ ਜਾਂ ਟਿਪਸ ਸਮਝ ਕੇ ਤੁਸੀਂ ਲੈਂਦੇ ਹੋ। ਸੋ ਦੇਖਦੇ ਹਾਂ ਕਿੱਥੇ ਤੱਕ ਜਾਂਦੇ ਹੋ ਤੁਸੀਂ। ਪਰ ਮੇਰੇ ਵੱਲੋਂ ਬਹੁਤ ਸਾਰੀਆਂ ਢੇਰ ਸਾਰੀਆਂ ਸ਼ੁਭ ਕਾਮਨਾਵਾਂ ਰਿੰਕੂ ਸ਼ਾਹ ਦੀਵਾਨਾ ਸਾਹਿਬ। ਸੋ ਮਿੱਤਰੋ, ਕਿਸਮਤ ਦੇ ਸਿਤਾਰੇ 5ਵਾਂ ਰਾਊਂਡ ਜਿਹੜਾ ਕਿ ਰੋਮਾਂਟਿਕ ਸੌਂਗਸ ਦਾ ਰਾਊਂਡ ਅੱਜ ਚੱਲ ਰਿਹਾ ਹੈ। ਇਸ ਵਿੱਚ ਮੇਰੇ ਕੋਲ 4 ਪਾਰਟੀਸਪੈਂਟਸ ਹਨ, ਤਿੰਨਾਂ ਨੂੰ ਤੁਸੀਂ ਤੇ ਮੈਂ ਇਕੱਠੇ ਆਪਾਂ ਸੁਣ ਚੁੱਕੇ ਹਾਂ। ਸਾਡੇ ਇਸ ਰਾਊਂਡ ਦੇ ਆਖਰੀ ਪਾਰਟੀਸਪੈਂਟ ਨੇ ਰਮੇਸ਼ ਮਹੇ ਸਾਹਿਬ। ਰਮੇਸ਼ ਮਹੇ ਸਾਹਿਬ, ਉਹਨਾਂ ਨੂੰ ਅੱਛੀ ਜਾਣਕਾਰੀ ਹੈ ਸੰਗੀਤ ਦੀ, ਅੱਛਾ ਗਾਉਂਦੇ ਨੇ ਹਰ ਵਾਰੀ। ਸੋ ਅੱਜ ਦੇਖਦੇ ਹਾਂ ਰੋਮਾਂਟਿਕ ਰਾਊਂਡ ਦੇ ਵਿੱਚ ਕੀ ਸਾਨੂੰ ਸੁਣਾਉਂਦੇ ਰਮੇਸ਼ ਮਹੇ ਸਾਹਿਬ। ਮੇਰੇ ਵੱਲੋਂ ਜਾਣੀ ਕਿ ਰਮੇਸ਼ ਮਹੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿਵੇਂ ਕਿ ਤੁਹਾਨੂੰ ਪਤਾ ਹੈ ਸਾਡਾ ਅਗਲਾ ਰਾਊਂਡ ਰੋਮਾਂਟਿਕ ਸੌਂਗ ਦਾ ਹੈ। ਸੋ ਚੌਥੇ ਰਾਊਂਡ ਦਾ ਨਤੀਜਾ ਅਸੀਂ ਪਾਸ ਕਰ ਚੁੱਕੇ ਹਾਂ। ਉਹਦੇ ਲਈ ਮੈਂ ਸ਼ੁਕਰੀਆ ਅਦਾ ਕਰਦਾ ਸਾਡੇ ਮਾਨਯੋਗ ਜੱਜੀ ਪਰਮਜੀਤ ਹੰਸ ਜੀ ਦਾ। ਉਹਨਾਂ ਤੋਂ ਬਾਅਦ ਮੈਂ ਸਾਡੇ ਅਮਰੀਕ ਜੱਸਲ ਸਾਹਿਬ ਜਿਨ੍ਹਾਂ ਦਾ ਇਹ ਉਪਰਾਲਾ ਕੀਤਾ ਹੋਇਆ ਹੈ ਅਤੇ ਨਿੱਕੀ ਗੱਲ ਆ ਜਿਨ੍ਹਾਂ ਨੇ ਸਾਨੂੰ ਗਾਈਡ ਕਰਕੇ ਦੱਸਿਆ ਵੀ ਤੁਸੀਂ ਇੱਦਾਂ ਕਰਨਾ, ਤੁਸੀਂ ਇੱਦਾਂ ਪਾਰਟੀਸਪੇਟ ਕਰਨਾ ਆ। ਅਸੀਂ ਉਹਨਾਂ ਦਾ ਵੀ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਅਗਲਾ ਰਾਊਂਡ ਸਾਡਾ ਇੱਕ 5ਵਾਂ ਰਾਊਂਡ ਰੋਮਾਂਟਿਕ ਸੌਂਗ ਦਾ ਹੈ, ਜਿਹਦੇ ਲਈ ਮੈਂ ਇੱਕ ਰੋਮਾਂਟਿਕ ਸੌਂਗ ਤੁਹਾਡੇ ਲਈ ਸਾਹਮਣੇ ਪੇਸ਼ ਕਰ ਰਿਹਾ। ਸੋ ਅਗਲਾ ਰਾਊਂਡ रंग गोरा बखरा तोरा, रंग गोरा तेरा बखरा तोरा, अखां मिलियां दा पावें जाल कुड़े, दिल बुलियां वाला संगदा, दिल बुलियां वाला संगदा, हथ लगदे ने रेशमी वाल कुड़े। रंग गोरा बखरा तोरा, रंग गोरा तेरा बखरा तोरा, अखां मिलियां दा पावें जाल कुड़े, दिल बुलियां वाला संगदा, दिल बुलियां वाला संगदा, हथ लगदे ने रेशमी वाल कुड़े। रंग गोरा बखरा तोरा, सुरख गल्लां ए चम चम तेरियां करदी नी, सियाला वाली हीर तू मेरी नी, हस के तू शहर सारा लुट के ले जांदी, अखियां दे नाल गल्लां कह जांदी, तू अंबरों पार दी लगदी, तू अंबरों
जो कातिलाना तेरी चाल कुड़े रंग गोरा बखरा तोरा रंग गोरा तेरा बखरा तोरा अखां बिल्लियां दा पाए जाल कुड़े दिल बुल्लियां वाला संगदा दिल बुल्लियां वाला संगदा उत्तों लगदे ने रेशमी वाल कुड़े रंग गोरा बखरा तोरा रंग गोरा बखरा तोरा रंग गोरा बखरा तोरा। थैंक यू। ਵਾਹ ਮਹੇਸ਼ ਸਾਹਿਬ, ਬਹੁਤ ਮੈਨੂੰ ਬੜਾ ਚੰਗਾ ਲੱਗਾ। ਤੁਸੀਂ ਖੁਦ ਗਿਟਾਰ ਵਜਾ ਰਹੇ ਹੋ। ਮੈਂ ਤੁਹਾਡਾ ਗਾਣਾ ਵੀ ਬਹੁਤ ਗੌਰ ਨਾਲ ਸੁਣ ਰਿਹਾ ਸੀ ਅਤੇ ਤੁਹਾਡੀ ਗਿਟਾਰ ਵੀ ਬਹੁਤ ਗੌਰ ਨਾਲ ਸੁਣ ਰਿਹਾ ਸੀ। ਬੜੇ ਅੱਛੇ ਤੁਸੀਂ ਕੋਡ ਲਾਏ ਨੇ। ਇਹ ਸਾਬਿਤ ਕਰਦੀ ਹੈ ਕਿ ਤੁਹਾਨੂੰ ਮਿਊਜ਼ਿਕ ਦੀ ਸੈਂਸ ਹੈ, ਤੁਸੀਂ ਮਿਊਜ਼ਿਕ ਬਾਰੇ ਜਾਣਕਾਰੀ ਰੱਖਦੇ ਹੋ। ਇਹ ਬੜਾ ਜ਼ਰੂਰੀ ਹੈ ਕਿਉਂਕਿ ਇਕੱਲਾ ਗਾਣਾ ਹੋਵੇ ਉਹ ਵੀ ਆਪਣੇ ਆਪ ਵਿੱਚ ਵੈਸੇ ਜਗ੍ਹਾ ਹੁੰਦੀ ਹੈ, ਕੋਈ ਨਾ ਕੋਈ ਅਹਿਮੀਅਤ ਹੁੰਦੀ ਹੈ, ਪਰ ਅਗਰ ਤੁਸੀਂ ਇੰਨਾ ਸੋਹਣਾ ਇੰਸਟਰੂਮੈਂਟ ਗਿਟਾਰ ਵਰਗਾ ਇੰਸਟਰੂਮੈਂਟ ਨਾਲ, ਕਿਉਂਕਿ ਗਿਟਾਰ ਅਤੇ ਹਾਰਮੋਨੀਅਮ ਦੇ ਵਿੱਚ ਫ਼ਰਕ ਹੁੰਦਾ ਕਿ ਤੁਸੀਂ ਗਿਟਾਰ ਦੇ ਵਿੱਚ ਕੋਡ ਰੱਖਣੇ। ਮੈਂ ਟੂ ਬੀ ਓਨੈਸਟ ਮੈਨੂੰ ਗਿਟਾਰ ਦੇ ਕੋਡ ਰੱਖਣੇ ਅਜੇ ਤੱਕ ਨਹੀਂ ਆਏ ਕਦੇ ਨਾ। ਮੈਂ ਟਰਾਈ ਕੀਤਾ ਸੀ ਬਹੁਤ ਪਹਿਲਾਂ ਅਤੇ ਮੈਂ ਉਹਦੇ ਵਿੱਚ ਕਾਮਯਾਬ ਨਹੀਂ ਹੋਇਆ। ਪਰ ਇਹ ਗਿਟਾਰ ਨਾਲ ਕੋਡ ਵਜਾਉਣੇ ਬੜੀ ਮੁਸ਼ਕਿਲ ਗੱਲ ਹੁੰਦੀ ਹੈ। ਜਿਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਹੈ ਕੁਦਰਤ ਵੱਲੋਂ ਬੜੇ ਲੱਕੀ ਨੇ। ਸੋ ਤੁਸੀਂ ਬਹੁਤ ਅੱਛੇ ਕੋਡ ਵਜਾਏ ਨੇ, ਮੈਂ ਬਹੁਤ ਗੌਰ ਨਾਲ ਸੁਣਿਆ ਔਰ ਤੁਹਾਡਾ ਗਾਣਾ ਵੀ ਬੜਾ ਅੱਛਾ, ਮੈਨੂੰ ਕਿਤੇ ਵੀ ਕੋਈ ਕਮੀ ਮਹਿਸੂਸ ਨਹੀਂ ਹੋਈ। ਸੋ ਤੁਸੀਂ ਵੀ ਹਮੇਸ਼ਾ ਤਰੱਕੀ ਕੀਤੀ ਹੈ। ਹਰ ਐਪੀਸੋਡ ਦੇ ਵਿੱਚ ਕੁਛ ਨਾ ਕੁਛ ਤੁਸੀਂ ਅੱਛਾ ਗਾ ਕੇ ਤੁਸੀਂ ਆਪਣੇ ਆਪ ਨੂੰ ਸਾਬਿਤ ਕੀਤਾ ਕਿ ਤੁਸੀਂ ਮਿਹਨਤ ਕਰ ਰਹੇ ਹੋ। ਤੁਹਾਡਾ ਰੰਗ ਨਜ਼ਰ ਆ ਰਿਹਾ, ਤੁਹਾਡਾ ਮਿਹਨਤ ਕੀਤੀ ਨਜ਼ਰ ਆ ਰਹੀ ਹਰ ਐਪੀਸੋਡ ਦੇ ਵਿੱਚ। ਸੋ ਇਹ ਬਹੁਤ ਚੰਗੀ ਗੱਲ ਹੈ ਕਿ ਤੁਸੀਂ ਸਾਡੀਆਂ ਗੱਲਾਂ ਨੂੰ ਬਹੁਤ ਗੌਰ ਨਾਲ ਸੁਣਦੇ ਹੋ, ਪਿਆਰ ਨਾਲ ਸੁਣਦੇ ਅਤੇ ਉਹਨਾਂ 'ਤੇ ਕੰਮ ਕਰਦੇ ਹੋ। ਇਹ ਗੱਲਾਂ ਤੁਹਾਡੇ ਹਮੇਸ਼ਾ ਨਾਲ ਰਹਿਣੀਆਂ ਨੇ। ਮੈਂ ਇੱਕ ਗੱਲ ਹੋਰ ਆਊਟ ਆਫ ਕੰਪੀਟੀਸ਼ਨ ਹੈ ਕਿ ਜਦੋਂ ਵੀ ਤੁਸੀਂ, ਤੁਹਾਡੇ ਲਈ ਨਹੀਂ ਮੈਂ ਗੱਲ ਕਰ ਰਿਹਾ, ਸਾਰੇ ਪਾਰਟੀਸਪੈਂਟ ਵਾਸਤੇ, ਜਿਹੜੇ ਹੋਰ ਵੀ ਲੋਕ ਸੁਣ ਰਹੇ ਨੇ ਨਵੇਂ ਨਿਊ ਕਮਰਸ, ਇਹ ਬੜਾ ਜ਼ਰੂਰੀ ਹੁੰਦਾ ਕਿ ਜਿੱਦਾਂ ਦਾ ਤੁਸੀਂ ਗਾਣਾ ਗਾ ਰਹੇ ਹੋ, ਜੇਕਰ ਬੀਟ ਸੌਂਗ ਗਾ ਰਹੇ ਹੋ, ਤੁਹਾਡੇ ਅੱਗੇ ਨੱਚਣਗੇ ਤਦ ਹੀ ਜੇਕਰ ਤੁਹਾਡੀ ਬੋਡੀ ਵਿੱਚ, ਤੁਹਾਡੇ ਚਿਹਰੇ ਵਿੱਚ ਵੀ ਉਹ ਰੌਣਕ ਨਜ਼ਰ ਆਵੇ। ਜੇ ਤੁਸੀਂ ਕੋਈ ਰੋਮਾਂਟਿਕ ਗੀਤ ਗਾ ਰਹੇ ਹੋ, ਉਹ ਵੀ ਤੁਹਾਡੀ ਬੋਡੀ ਵਿੱਚ, ਤੁਹਾਡੇ ਚਿਹਰੇ ਵਿੱਚ ਉਹ ਰੋਮਾਂਟਿਕ ਮੂਡ ਆਉਣਾ ਬੜਾ ਜ਼ਰੂਰੀ ਹੈ। ਜੇ ਤੁਸੀਂ ਗਜ਼ਲ ਗਾ ਰਹੇ ਹੋ, ਕੋਈ ਉਦਾਸ ਗੀਤ ਗਾ ਰਹੇ ਹੋ, ਫਿਰ ਵੀ ਤੁਹਾਨੂੰ ਲਫ਼ਜ਼ਾਂ ਦੇ ਹਿਸਾਬ ਨਾਲ ਆਪਣੇ ਆਪ ਨੂੰ ਢਾਲਣਾ, ਬੋਡੀ ਲੈਂਗੁਏਜ, ਤੁਹਾਡਾ ਫੇਸ ਇੰਪ੍ਰੈਸ਼ਨਸ, ਇਹ ਬਹੁਤ ਜ਼ਰੂਰੀ ਹੁੰਦਾ। ਸੋ ਤੁਸੀਂ ਇਹਦੇ 'ਤੇ ਜ਼ਰੂਰ ਕੰਮ ਕਰਿਆ ਕਰੋ ਸਾਰੇ ਪਾਰਟੀਸਪੈਂਟ। ਸੋ ਆਪਣੇ ਗਾਣੇ ਨੂੰ ਤੁਸੀਂ ਆਪ ਇੰਜੋਏ ਕਰੋਗੇ ਅਤੇ ਲੋਕ ਇੰਜੋਏ ਕਰਨਗੇ। ਸੋ ਜਿਹੋ ਜਿਹਾ ਗਾਣਾ ਹੋਵੇ ਉਹਦੇ ਵਿੱਚ ਆਪਣੇ ਆਪ ਨੂੰ ਢਾਲਿਆ ਜ਼ਰੂਰ ਕਰੋ। ਤੁਸੀਂ ਵੱਡੇ ਵੱਡੇ ਉਸਤਾਦਾਂ ਨੂੰ ਦੇਖਦੇ ਹੋ, ਗਜ਼ਲ ਗਾਉਂਦਿਆਂ ਨੂੰ, ਕਵਾਲੀ ਗਾਉਂਦਿਆਂ ਨੂੰ, ਕਲਾਸੀਕਲ ਗਾਉਂਦਿਆਂ ਨੂੰ, ਕਿ ਉਹਨਾਂ ਦੇ ਗਾ ਦੇ ਮੂੰਹ 'ਚੋਂ ਰਹੇ ਨੇ, ਪਰ ਉਹਨਾਂ ਦੇ ਹੱਥ, ਉਹਨਾਂ ਦੇ ਕਲਾਸੀਕਲ ਗਾਉਂਦੇ ਨਾ ਹਮੇਸ਼ਾ ਇਹ ਬੜਾ ਕੰਮ ਕਰਦੇ ਨੇ ਗਾਣੇ ਵਿੱਚ, ਤੁਹਾਡੀ ਬੜੀ ਇਹ ਮਦਦ ਕਰਦੇ ਨੇ ਇਹ ਚੀਜ਼ਾਂ। ਸੋ ਤੁਸੀਂ ਇਸ ਚੀਜ਼ ਨੂੰ ਜ਼ਰੂਰ ਅਪਣਾਇਆ ਕਰੋ, ਕੰਮ ਕਰਿਆ ਕਰੋ ਉਹਦੇ 'ਤੇ। ਜਦੋਂ ਤੁਸੀਂ ਲਫ਼ਜ਼ਾਂ ਨੂੰ ਦੇਖ ਕੇ ਆਪਣੀ ਬੋਡੀ ਲੈਂਗੁਏਜ, ਆਪਣੇ ਫੇਸ ਇੰਪ੍ਰੈਸ਼ਨ ਜ਼ਰੂਰ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਉਸ ਤਰ੍ਹਾਂ ਦੇ ਹੋਣ। ਸੋ ਇਹ ਗੱਲਾਂ ਯਾਦ ਰੱਖਿਓ। ਸੋ ਅੱਜ ਤੁਸੀਂ ਬਹੁਤ ਸੋਹਣਾ ਗਾਇਆ ਮਹੇਸ਼ ਜੀ, ਔਰ ਮਾਲਕ ਤੁਹਾਨੂੰ ਬਹੁਤ ਤਰੱਕੀਆਂ ਬਖਸ਼ੇ। ਸਾਰੀ ਟੀਮ ਨੂੰ, ਜਿੰਨੇ ਵੀ ਤੁਸੀਂ ਪਾਰਟੀਸਪੈਂਟ ਜਿਹੜੇ ਜਾ ਚੁੱਕੇ ਨੇ ਇਸ ਟੀਮ ਦੇ ਵਿੱਚ, ਉਹਨਾਂ ਨੂੰ ਵੀ ਅਤੇ ਤੁਹਾਨੂੰ ਵੀ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ। ਸੋ ਦੋਸਤੋ, ਆਏ ਕਿਸਮਤ ਦੇ ਸਿਤਾਰੇ ਅੱਜ 5ਵਾਂ ਰਾਊਂਡ ਸੀ ਔਰ ਇਹ ਸੀ ਰੋਮਾਂਟਿਕ ਸੌਂਗਸ ਰਾਊਂਡ। ਔਰ ਇਸ ਰਾਊਂਡ ਦੇ ਵਿੱਚ ਵੀ ਸਾਰੇ ਫਨਕਾਰਾਂ ਨੇ ਬਹੁਤ ਅੱਛਾ ਗਾਇਆ। ਇਹਦਾ ਜੋ ਰਿਜ਼ਲਟ ਹੈ ਉਹ ਤੁਸੀਂ ਆਨਲਾਈਨ ਦੇਖੋਗੇ, ਸਾਰੇ ਪਾਰਟੀਸਪੈਂਟ ਨੂੰ ਵੀ ਪਹੁੰਚ ਜਾਏਗਾ ਰਿਜ਼ਲਟ, ਕਿਉਂਕਿ ਇਹਦੇ ਵਿੱਚ ਪ੍ਰੋਗਰਾਮ ਦੇ ਵਿੱਚ, ਚੱਲਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਜਿਹੜੇ ਕੰਟੀਨਿਊ ਇਸ ਪ੍ਰੋਗਰਾਮ ਨੂੰ ਦੇਖਦੇ ਨੇ ਉਹ ਸਮਝ ਜਾਂਦੇ ਹੋਣਗੇ ਜੱਜਮੈਂਟ ਤੋਂ, ਸਾਡੀਆਂ ਗੱਲਾਂ ਤੋਂ, ਕਿ ਇਸ ਐਪੀਸੋਡ ਵਿੱਚ ਕੌਣ ਜਾ ਰਿਹਾ ਹੋਏਗਾ। ਪਰ ਐਕਚੁਅਲੀ ਪੇਪਰਾਂ ਵਿੱਚ ਇਹ ਸਾਰਾ ਕੁਝ ਹੁੰਦਾ ਹੈ। ਸੋ ਅਸੀਂ ਇੱਕ ਰਿਜ਼ਲਟ ਬਣਾ ਕੇ ਭੇਜਦੇ ਹਾਂ, ਸਿਰਫ ਟੈਲੀਵਿਜ਼ਨ 'ਤੇ ਅਸੀਂ ਗਾਣਾ ਸੁਣ ਕੇ ਨਹੀਂ। ਇੱਕ ਸਾਡੇ ਕੋਲ ਰਿਜ਼ਲਟ ਸ਼ੀਟ ਵੀ ਆ, ਉਹਦੇ 'ਤੇ ਸਾਰੇ ਨੰਬਰ ਬਕਾਇਦਾ ਲਾਏ ਹੁੰਦੇ ਨੇ। ਉਹ ਜਦੋਂ ਟੀਮ ਦੇ ਨਾਲ ਸਲਾਹ ਕਰਾਂਗੇ ਕਿ ਉਹ ਤੁਹਾਡੇ ਸਾਹਮਣੇ ਕਿੱਦਾਂ ਉਹ ਸਾਰੇ ਨੰਬਰ ਲਿਆਏ ਜਾਣ, ਸਾਰੇ 'ਚ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਰਾ ਜਿੰਨਾ ਵੀ ਇਹ ਸ਼ੁਰੂ ਤੋਂ ਲੈ ਕੇ ਐਂਡ ਤੱਕ ਪੂਰਾ ਜਿਹੜੀ ਜੱਜਮੈਂਟ ਹੋਏਗੀ ਉਹ ਤੁਹਾਨੂੰ ਵੀ ਦਿਖਾਈ ਜਾਵੇ। ਕਿਵੇਂ ਦਿਖਾਵਾਂਗੇ, ਇਸ 'ਤੇ ਅਸੀਂ ਕੰਮ ਕਰ ਰਹੇ ਹਾਂ। ਕੋਸ਼ਿਸ਼ ਕਰਾਂਗੇ ਕਿ ਸਾਰਾ ਤੁਹਾਡੇ ਆਮਣੇ ਸਾਹਮਣੇ ਸਾਰਾ ਕੁਝ ਹੋਵੇ। ਸੋ ਤੁਹਾਨੂੰ ਕਦੇ ਵੀ ਮਹਿਸੂਸ ਨਾ ਹੋਵੇ ਕਿਸੇ ਨਾਲ ਧੱਕਾ ਹੋਇਆ। ਮੈਂ
ਜਿਹੜੇ ਮੈਨੂੰ ਸੁਣਦੇ ਨੇ ਉਹ ਸਾਰੇ ਜਾਣਦੇ ਨੇ ਕਿ ਮੈਂ ਸੰਗੀਤ ਨਾਲ ਕਦੇ ਵੀ ਕੰਪਰੋਮਾਈਜ਼ ਨਹੀਂ ਕੀਤਾ। ਇਹੀ ਕਾਰਨ ਹੈ ਕਿ ਮੈਂ ਖੁਦ ਵੀ ਜਿਹੜੀਆਂ ਚੀਜ਼ਾਂ ਮੈਂ ਨਹੀਂ ਗਾ ਸਕਦਾ ਮੈਂ ਕਦੇ ਨਹੀਂ ਉਹਨੂੰ ਹੱਥ ਪਾਉਂਦਾ। ਸੋ ਇਸ ਕਰਕੇ ਮੈਂ ਚਾਹੁੰਦਾ ਬੱਚਿਆਂ ਨੂੰ ਮੈਂ ਇਹੀ ਚੀਜ਼ ਕਹਿੰਦਾ ਹੁੰਦਾ ਹਮੇਸ਼ਾ, ਜਿਹੜੇ ਸਾਡੇ ਪਾਰਟਿਸਪੈਂਟ ਨੇ, ਕਿ ਜੇਕਰ ਤੁਹਾਨੂੰ ਲੱਗਦਾ ਕਿ ਇਹ ਗੀਤ ਤੁਹਾਡੀ ਆਵਾਜ਼ ਨਾਲ, ਤੁਹਾਡੀ ਰੇਂਜ ਨਾਲ, ਤੁਹਾਡੇ ਸਟਾਈਲ ਨਾਲ ਨਹੀਂ ਮੇਲ ਖਾਂਦਾ, ਉਸ ਗੀਤ ਨੂੰ ਤੁਸੀਂ ਸਿਲੈਕਟ ਨਾ ਕਰਿਆ ਕਰੋ। ਹਮੇਸ਼ਾ ਆਪਣੀ ਆਵਾਜ਼ ਦੀ ਰੇਂਜ, ਆਪਣਾ ਸਟਾਈਲ ਦੇਖ ਕੇ ਗੀਤਾਂ ਦੀ ਸਿਲੈਕਸ਼ਨ ਕਰਿਆ ਕਰੋ। ਸੋ ਸਾਰੀ ਟੀਮ ਵੱਲੋਂ ਤੁਹਾਨੂੰ ਸਾਰੇ ਪਾਰਟਿਸਪੈਂਟ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ। ਅਗਲੇ ਰਾਊਂਡ ਦੇ ਵਿੱਚ, ਅਗਲਾ ਰਾਊਂਡ ਮੈਂ ਅੱਜ ਡਿਸਕਸ ਹੋ ਰਿਹਾ ਸੀ ਅਮਰੀਕ ਜੱਸਲ ਸਾਹਿਬ ਨਾਲ। ਅਸੀਂ ਸੋਚ ਰਹੇ ਇੱਕ ਤੇ ਦੋ ਗੀਤ ਤੁਸੀਂ ਗਾਉਣੇ ਨੇ ਉਹਦੇ ਵਿੱਚ ਸਥਾਈ ਅੰਤਰੇ, ਦੋ ਗੀਤਾਂ ਦੇ। ਇੱਕ ਤੇ ਜੱਜਸ ਵੱਲੋਂ ਮੈਂ ਇਹ ਬੇਨਤੀ ਕੀਤੀ ਸਾਰਿਆਂ ਨੂੰ ਕਿ ਜੇਕਰ ਤੁਸੀਂ ਗਜ਼ਲ ਗਾਓ ਇਸ ਵਾਰੀ ਤੇ ਬੜੀ ਵਧੀਆ ਗੱਲ ਹੈ। ਔਰ ਜਿਹੜੀ ਦੂਸਰੀ ਆਈਟਮ, ਉਹਦੇ ਵਿੱਚ ਕੋਈ ਜੱਜ, ਕੋਈ ਟੀਮ ਦਾ ਮੈਂਬਰ ਤੁਹਾਨੂੰ ਨਹੀਂ ਕਹੇਗਾ ਕਿ ਤੁਸੀਂ ਇਹ ਚੀਜ਼ ਗਾਉਣੀ। ਉਹ ਜੋ ਤੁਹਾਨੂੰ ਚੰਗਾ ਲੱਗੇ, ਆਪਣੀ ਮਰਜ਼ੀ ਤੁਹਾਨੂੰ ਖੁੱਲ੍ਹੇ ਛੱਡਿਆ, ਜੋ ਤੁਹਾਡਾ ਦਿਲ ਕਰੇ ਤੁਸੀਂ 1 2 3 4 5 10 ਜਿੰਨੇ ਮਰਜ਼ੀ ਮਿਊਜ਼ੀਸ਼ੀਅਨ ਨਾਲ ਲੈ ਕੇ ਤੁਸੀਂ ਗਾ ਸਕਦੇ ਹੋ। ਉਹ ਤੁਹਾਡਾ ਆਪਣਾ ਰਾਊਂਡ ਹੋਏਗਾ, ਆਪਣਾ ਸਟਾਈਲ ਹੋਏਗਾ। ਉਹਨੂੰ ਜੱਜ ਜ਼ਰੂਰ ਅਸੀਂ ਕਰਾਂਗੇ, ਪਰ ਤੁਸੀਂ ਆਪਣੀ ਪਸੰਦੀਦਾ ਗੀਤ ਗਾਉਣਾ ਔਰ ਆਪਣੇ ਸਟਾਈਲ ਦੇ ਵਿੱਚ ਗਾਉਣਾ। ਸੋ ਆਲ ਦਾ ਬੈਸਟ। ਨੈਕਸਟ ਰਾਊਂਡ ਵਾਸਤੇ ਮਾਲਕ ਤੁਹਾਨੂੰ ਤਰੱਕੀਆਂ ਬਖਸ਼ੇ ਔਰ ਅਗਲੇ ਰਾਊਂਡ ਦੇ ਵਿੱਚ ਫਿਰ ਮੁਲਾਕਾਤ ਹੋਏਗੀ। ਇਜਾਜ਼ਤ ਦਿਓ, ਰੱਬ ਰਾਖਾ। ਸਤਿ ਸ਼੍ਰੀ ਅਕਾਲ। किस्मत दे सितारे, किस्मत दे सितारे, किस्मत दे सितारे, किस्मत दे सितारे।